अस्सलाम वालेकुम जी गाइस ते किवें हाल जे थोड़े ठीक ठाक हो खैरियत नाल हो। लो जी अज फिर असी थोड़ी जी सैटिंग चेंज करनी है। मेज़ कुर्सियां कढ़ देनियां जे बाहर इत्थे रख लेना जे मंजा, क्योंकि अचानक मौसम ने काया पलटी है तो अचानक ही मौसम होया जे तब्दील। अज सर्दी सर्दी महसूस हो रही सी ते गद्दे गुद्दे असी कढ़ लेने ते कह लो जी मंजे मुंजे भी तब्दील कर लिए, थोड़ी जी सैटिंग भी तब्दील कर लिए। खलारा खलूरा पा दिता जे जी इत्थे सारा खलारा पा दिता जे, सारा बरामदा खलारे नाल भरिया पिया। ਜਿਹੜੀਆਂ फालतू जुत्तियां छुत्तियां सी सारियां कढ़ दित्तियां जे बाहर, क्योंकि घर नूं तां नीट क्लीन भी तो करना है ना जी। लो जी इत्थे सारे खलारे खलूरे तुसीं देखदे पे हो ते सारे काम नाल नाल चलदे पे जी। इत्थे मशीन ला ली है, कपड़े धोने वाली मशीन लगी पई है ते नाल असीं स्पिनर भी कढ़ के बाहर रख दिता ते नाल नाल जी सालन ते रोटियां ते सारा कुछ चलेगा जी। सारा कुछ आटा कढ़ के रख लिया जे बाहर, रोटी पकानी है, दाल पकानी है, साग पिया है। ਇਹ ਸੰਘਾੜੇ ਪਏ ਹੋਣ ਜੀ ਮੇਰੇ ਕੋਲ, ਰਾਤ ਬਾਲੇ ਸੀ ਤੇ 5-6 ਇਹਨਾਂ ਨੇ ਮੇਰੇ ਵਾਸਤੇ ਬਚਾ ਕੇ ਰੱਖੇ, ਸਾਰੇ ਹੀ ਖਾ ਖੂ ਲੈਣੇ, ਥੋੜੇ ਜਿਹੇ ਕੱਚੇ ਪਏ ਹੋਏ ਨੇ। ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿਹੜਾ ਭੈਣ ਭਰਾ ਐਵੇਂ ਸੰਘਾੜਾ ਛਿਲ ਸਕਦਾ ਮੇਰੇ ਤਰ੍ਹਾਂ, ਜਿਵੇਂ ਮੈਂ ਸੰਘਾੜਾ ਛਿਲਦੀ ਪਈ ਹਾਂ, ਇੱਕ ਹੱਥ 'ਚ ਮੋਬਾਈਲ ਤੇ ਇੱਕ ਹੱਥ 'ਚ ਸੰਘਾੜਾ, ਤੇ ਮੈਨੂੰ ਐਵੇਂ ਸੰਘਾੜਾ ਛਿਲ ਕੇ ਦਿਖਾਓ ਤੇ ਤੁਹਾਨੂੰ ਨਾਮ ਹੈ। ਇਹ ਦੇਖੋ ਜੀ ਕਿੰਨਾ ਸੋਹਣਾ ਸੰਘਾੜਾ ਛਿਲਿਆ ਗਿਆ ਬਗੈਰ ਕੱਟ ਲੱਗਿਆ ਤੇ ਬਗੈਰ। ਅੱਛਾ ਜੀ ਇਹ ਲਓ ਜੀ ਸੰਘਾੜਾ ਛਿਲ ਛੁਲ ਲਿਆ ਜੇ। ਤੁਹਾਡੇ ਨਾਲ ਕੁਛ ਗੱਲਾਂ ਕਰਨੀਆਂ ਨੇ, ਕੁਛ ਬਾਤਾਂ ਕਰਨੀਆਂ ਨੇ। ਸੈਟਿੰਗ ਬਰਾਮਦੇ ਦੀ ਚੇਂਜ ਹੁੰਦੀ ਪਈ ਹੈ, ਉਹ ਤੁਸੀਂ ਹੁਣ ਦੇਖ ਲੈਣਾ ਨਾਲ ਦੀ ਨਾਲ, ਤੇ ਮੈਂ ਕਰਦੀ ਹਾਂ ਤੁਹਾਡੇ ਨਾਲ ਕੁਛ ਗੱਲਾਂ। ਤੇ ਤੁਹਾਨੂੰ ਪਤਾ ਸੀ ਨਾ 2 ਮੰਜੇ ਪਹਿਲੇ ਸਾਹਮਣੇ ਪਏ ਹੁੰਦੇ ਸੀਗੇ, ਤੁਸੀਂ ਮੇਰੇ ਪਿਛਲੇ ਵਲੌਗਾਂ 'ਚ ਦੇਖਿਆ ਹੀ। ਜਿਹੜੇ ਨਵੇਂ ਆਏ ਨੇ ਤੇ ਉਹ ਵਿਚਾਰੇ ਜਾ ਕੇ ਮੇਰੀ ਵੀਡੀਓ ਪਿਛਲੀ ਦੇਖ ਸਕਦੇ ਨੇ। ਜਿਹੜੇ ਪੁਰਾਣੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ 2 ਮੰਜੇ ਸਾਹਮਣੇ ਤੇ ਇੱਕ ਦਰਮਿਆਨ 'ਚ ਇਹ ਜਿਵੇਂ ਹੁਣ ਪਿਆ ਹੋਇਆ। ਇਹ ਸੈਟਿੰਗ ਆਪਾਂ ਕਰ ਲੈਣੀ ਜੇ ਬਦਲੀ, ਤੇ ਇੱਥੋਂ ਸਾਰਾ ਖਲਾਰਾ ਖਲੋਰਾ ਚੱਕ ਲੈਣਾ। ਸ਼ੀਸ਼ਾ ਮੈਂ ਡਾਇਮੰਡ ਟੈਪ ਦਾ ਕਟਵਾ ਲਿਆ ਹੈਗਾ ਆਪਣਾ, ਤੇ ਇਹ ਸ਼ੀਸ਼ੇ ਨੂੰ ਵੀ ਨਾ ਹੁਣ ਉਹ ਦੂਸਰੇ ਜਿਹੜੇ ਅੰਦਰ ਸ਼ੀਸ਼ੇ ਸੀ ਉਹਨਾਂ ਦੇ ਨਾਲ ਫਿਕਸ ਕਰ ਲੈਣਾ, ਕਿਉਂਕਿ ਉਹ ਵੀ ਗੋਲਵੇਂ ਕਟਿੰਗ ਹੋਏ ਨੇ, ਇਹਨਾਂ ਦੀ ਵੀ ਗੋਲ ਕਟਿੰਗ ਹੋਈ ਹੈ। ਠੀਕ ਹੈ ਸ਼ੀਸ਼ਾ ਪਿਆ ਹੋਇਆ ਸੀ, ਕੋਈ ਚੀਜ਼ ਜ਼ਾਇਆ ਨਹੀਂ ਕਰਨੀ, ਕੋਈ ਵੀ ਚੀਜ਼ ਜ਼ਾਇਆ ਨਹੀਂ ਕਰੀਦੀ ਜੀ। ਹਰ ਚੀਜ਼ ਕਾਰਾਮਦ ਹੋਣੀ ਚਾਹੀਦੀ ਹੈ। ਤੇ ਇਹਨੂੰ ਵੀ ਉਹਨਾਂ ਸ਼ੀਸ਼ਿਆਂ ਦੇ ਨਾਲ ਲਾ ਲਾਂਗੇ, ਉਹ ਤੁਸੀਂ ਨਾਲ ਦੀ ਨਾਲ ਦੇਖਦੇ ਰਹਿਣਾ। ਤੇ ਹੁਣ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਾਂ, ਮੀਆਂ ਬੀਵੀ ਦਾ ਰਿਸ਼ਤਾ ਹੁੰਦਾ ਜਾਂ ਤਲਕ ਹੁੰਦਾ? ਮੀਆਂ ਬੀਵੀ ਦਾ ਤਾਲਕ ਹੈ ਜਾਂ ਰਿਸ਼ਤਾ ਹੈ? ਮਾਂ ਦਾ ਰਿਸ਼ਤਾ, ਪਿਓ ਦਾ ਰਿਸ਼ਤਾ, ਭੈਣ ਦਾ ਰਿਸ਼ਤਾ, ਭਰਾ ਦਾ ਰਿਸ਼ਤਾ, ਠੀਕ ਹੋ ਗਿਆ। ਤੇ ਜਿਹੜਾ ਨਾ ਮੀਆਂ ਬੀਵੀ ਦਾ ਉਹ ਰਿਸ਼ਤਾ ਨਹੀਂ ਹੁੰਦਾ, ਆਈ ਸਮਝ, ਉਹ ਹੁੰਦਾ ਤਾਲਕ। ਤਲਕ ਤਲਕ ਕਦੀ ਵੀ ਟੁੱਟ ਸਕਦਾ ਹੈ। ਦੇਖੋ ਜੀ ਹੁਣ ਇੱਕ ਮਾਂ ਹੈਗੀ ਹੈ, ਉਹਦੇ ਬਾਅਦ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਹਦਾ ਰਿਸ਼ਤਾ ਬਣ ਜਾਂਦਾ, ਮਾਂ ਦਾ ਰਿਸ਼ਤਾ ਬਣਦਾ, ਪਿਓ ਦਾ ਰਿਸ਼ਤਾ ਬਣਦਾ, ਅੱਗੋਂ ਭੈਣ ਭਰਾਵਾਂ ਦੇ ਰਿਸ਼ਤੇ ਬਣਦੇ ਨੇ, ਖਾਲਾ ਮਾਮਾ ਚਾਚਾ ਮਾਸੀ ਸਾਰੇ ਰਿਸ਼ਤੇ ਬਣਦੇ ਨੇ, ਠੀਕ ਹੋ ਗਿਆ। ਜਿਹੜੇ ਕਦੀ ਨਹੀਂ ਟੁੱਟ ਸਕਦੇ, ਕਦੀ ਵੀ ਨਹੀਂ ਟੁੱਟ ਸਕਦੇ ਉਹ ਰਿਸ਼ਤੇ। ਤੇ ਮੀਆਂ ਬੀਵੀ ਦਾ ਵਾਹਿਦ ਰਿਸ਼ਤਾ ਹੈ, ਰਿਸ਼ਤਾ ਨਹੀਂ ਹੈ, ਤਾਲੁਕ ਹੈ। ਤਾਲੁਕ ਹੈ ਜਿਹੜਾ ਕਦੀ ਵੀ ਟੁੱਟ ਸਕਦਾ, ਕਦੀ ਵੀ ਟੁੱਟ ਸਕਦਾ। ਤੇ ਇਸ ਗਲਤਫਹਿਮੀ 'ਚ ਨਾ ਰਹਿਣਾ ਕਿ ਮੀਆਂ ਬੀਵੀ ਦਾ ਜਿਹੜਾ ਹੈ ਉਹ ਰਿਸ਼ਤਾ ਹੈ, ਰਿਸ਼ਤਾ ਨਹੀਂ ਹੈ, ਉਹ ਇੱਕ ਤਾਲਕ ਹੈ। ਤਾਲਕ ਜਿਹੜਾ ਹੈ ਨਾ ਮਸਲਨ ਕਿ ਕਿਸੇ ਨਾਲ ਵੀ ਹੋ ਸਕਦਾ ਹੈ, ਕਿਸੇ ਦਾ ਤਾਲਕ ਫਲਾਣੇ ਬੰਦੇ ਨਾਲ ਫਲਾਣੇ ਦਾ ਤਾਲਕ ਹੈਗਾ, ਟੁੱਟ ਗਿਆ। ਤੇ ਰਿਸ਼ਤਾ ਕਦੀ ਗਿਆ ਕਿਸੇ ਨੇ ਟੁੱਟਿਆ? ਰਿਸ਼ਤਾ ਕਦੀ ਨਹੀਂ ਟੁੱਟਦਾ ਹੈਗਾ। ਰਿਸ਼ਤਾ ਜਿਹੜਾ ਹੈਗਾ ਨਾ ਉਹ ਮਰ ਵੀ ਜਾਵੇ ਨਾ, ਬੰਦਾ ਮਰ ਵੀ ਜਾਵੇ ਤੇ ਉਹ ਰਿਸ਼ਤਾ ਹੀ ਰਹਿੰਦਾ ਹੈਗਾ ਮਰਨ ਤੋਂ ਬਾਅਦ ਵੀ। ਜਿਹੜਾ ਤਲਕ ਹੈਗਾ ਨਾ ਉਹ ਤਲਕ ਟੁੱਟ ਜਾਂਦੇ ਹੁੰਦੇ ਨੇ, ਰਿਸ਼ਤੇ ਕਦੀ ਨਹੀਂ ਟੁੱਟਦੇ ਹੁੰਦੇ। ਤੇ ਮੀਆਂ ਬੀਵੀ ਦਾ ਜਿਹੜਾ ਹੁੰਦਾ ਨਾ ਉਹ ਰਿਸ਼ਤਾ ਨਹੀਂ ਹੈ, ਤਲਕ ਹੈ। ਮੇਰੇ ਅੱਗੇ ਵੀ ਇਹ ਸਵਾਲ ਆਇਆ ਸੀ ਕਿ ਮੀਆਂ ਬੀਵੀ ਦਾ ਰਿਸ਼ਤਾ ਹੈ ਜਾਂ ਤਲਕ ਹੈ, ਤੇ ਬੜਾ ਸੋਹਣਾ ਜਿਹਾ ਜਵਾਬ ਅੱਗੋਂ ਮੈਨੂੰ ਮਿਲਿਆ ਸੀ ਕਿ ਮੀਆਂ ਬੀਵੀ ਦਾ ਰਿਸ਼ਤਾ ਨਹੀਂ ਹੁੰਦਾ, ਤਲਕ ਹੁੰਦਾ। ਮੈਂ ਕਿਹਾ ਚਲੋ ਜੀ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ। ਮੇਰੇ ਮਾਮੂ ਜੀ ਮੈਨੂੰ ਦੱਸਦੇ ਹੁੰਦੇ ਨੇ ਛੋਟੀਆਂ ਛੋਟੀਆਂ ਗੱਲਾਂ, ਛੋਟੀਆਂ ਛੋਟੀਆਂ ਬਾਤਾਂ। ਮੈਂ ਕਿਹਾ ਚਲੋ ਜੀ ਆਪਣੇ ਵੀਵਰਸ ਨਾਲ ਵੀ ਸ਼ੇਅਰ ਕੀਤਾ ਜਾਵੇ ਕਿ ਕਦੀ ਵੀ ਇਹ ਚੀਜ਼ ਨਾ ਸਮਝਣਾ ਕਿ ਮੀਆਂ ਬੀਵੀ ਦਾ ਜਿਹੜਾ ਹੈ ਨਾ ਰਿਸ਼ਤਾ ਹੈ, ਰਿਸ਼ਤਾ ਨਹੀਂ ਹੈ, ਇੱਕ ਤਲਕ ਹੈ। ਤੇ ਜਿਹੜਾ ਦੂਸਰਿਆਂ ਨੇ ਬਣਾਇਆ ਹੁੰਦਾ ਹੈ ਤੇ ਜਿਹੜਾ ਆਪਣੇ ਹੁੰਦੇ ਨੇ ਉਹ ਰਿਸ਼ਤੇ ਹੁੰਦੇ ਨੇ, ਯਾਨੀ ਕਿ ਖੂਨ ਦੇ ਰਿਸ਼ਤੇ, ਉਹਨਾਂ ਨੂੰ ਕਹਿੰਦੇ ਨੇ ਰਿਸ਼ਤੇ। ਤੇ ਜਿਹੜੇ ਇਹ ਬਣਨ ਉਹ ਹੁੰਦੇ ਨੇ ਤਲਕ। ਵੈਸੇ ਤਾਂ ਮੀਆਂ ਬੀਵੀ ਦਾ ਰਿਸ਼ਤਾ ਬੜਾ ਮਜ਼ਬੂਤ ਰਿਸ਼ਤਾ ਹੈ, ਤੇ ਨਾਜ਼ੁਕ ਰਿਸ਼ਤਾ ਵੀ ਕੋਈ ਨਹੀਂ ਹੈਗਾ। ਅੱਲਾ ਮੀਆਂ ਨੇ ਬਣਾਇਆ ਜੀ ਮੀਆਂ ਬੀਵੀ ਦਾ ਰਿਸ਼ਤਾ ਹੈ ਵਾਲਾ ਜਿਹੜਾ ਰਿਸ਼ਤਾ ਜਿਹਨੂੰ ਆਪਾਂ ਕਹਿੰਦੇ ਮੀਆਂ ਬੀਵੀ ਦਾ ਰਿਸ਼ਤਾ, ਇਹ ਤਾਲਕ ਹੈ, ਰਿਸ਼ਤਾ ਨਹੀਂ ਹੈ, ਠੀਕ ਹੋ ਗਿਆ। ਦੂਸਰੀ ਗੱਲ ਇਹ
कि इंसान अगर चाहे ना अपने तलक नूं रिश्ते तब्दील कर सकता है, लेकिन तलक तलक ही हुंदा है, रिश्ता रिश्ता ही हुंदा है। ਤੇ ਬਾਕੀ ਜੇ ਇੱਥੇ ਅਸੀਂ ਦਾਲ ਦੂਲ ਪਕਾਉਂਦੇ ਪਏ ਹਾਂ, ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਸੀ ਦਿਲ ਦੇ ਸ਼ੇਅਰ ਕਰ ਲਿੱਤੀ ਜਾਵੇ। ਅਗਰ ਤੁਹਾਡੇ ਦਿਲ 'ਚ ਕੋਈ ਡਾਊਟ ਹੋਵੇ, ਕੁਝ ਮੇਰੇ ਕੋਲੋਂ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਇਸ ਤਲਕ ਤੇ ਰਿਸ਼ਤੇ ਦੇ ਬਾਰੇ 'ਚ, ਮੇਰੇ ਨਾਲ ਕਰ ਸਕਦੇ ਹੋ ਸਵਾਲ। ਤੇ ਇੱਥੇ ਮੈਂ ਕਿਹਾ ਚਨਿਆਂ ਦੀ ਦਾਲ ਪਕੂ ਲਈਏ ਜੀ, ਕਿਉਂਕਿ ਬਾਹਰ ਮਸ਼ੀਨ ਲੱਗੀ ਹੋਈ ਹੈ, ਕੱਪੜੇ ਧੁੱਪਦੇ ਪਏ ਨੇ ਤੇ ਸੈਟਿੰਗ ਵੀ ਕਮਰੇ ਦੀ ਚੇਂਜ ਕੀਤੀ ਹੈਗੀ ਹੈ, ਸ਼ੀਸ਼ਾ ਵੀ ਲਾਣਾ ਸੀ ਉਹ ਵੀ। ਤੇ ਯਾਨੀ ਕਿ ਨਿੱਕੇ ਸੁੱਕੇ ਕੰਮ ਬਥੇਰੇ ਸੀਗੇ। 2-3 ਦਿਨ ਪਹਿਲੇ ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਕਮਰੇ ਦੀ ਸੈਟਿੰਗ ਚੇਂਜ ਕੀਤੀ ਸੀ। ਇੱਥੇ ਸਰਦੀਆਂ ਆ ਗਈਆਂ ਨੇ, ਪੱਖੇ ਪੁੱਖੇ ਧੋਣ ਵਾਲੇ ਪਏ ਹੋਏ ਸੀਗੇ, ਉਹ ਧੂ ਲੈਣੇ ਜੀ। ਇਹ ਸਾਫ ਸੂਫ ਹੋ ਗਏ ਨੇ ਪੱਖੇ, ਇਹਨਾਂ ਨੂੰ ਵੀ ਜਾਲੀਆਂ ਜੁਲੀਆਂ ਲਾ ਕੇ ਰੱਖ ਲੈਣੀਆਂ ਨੇ। ਤੇ ਤੁਹਾਨੂੰ ਪਤਾ ਨੇ ਕੰਮ ਜਦੋਂ ਗਰਮੀਆਂ ਆਉਂਦੀਆਂ ਨੇ ਉਦੋਂ ਵੀ ਵੱਧ ਜਾਂਦੇ ਨੇ, ਤੇ ਜਦੋਂ ਸਰਦੀਆਂ ਆਉਂਦੀਆਂ ਨੇ ਉਦੋਂ ਵੀ ਕੰਮ ਵੱਧ ਜਾਂਦੇ ਨੇ। ਤੇ ਇੱਥੇ ਅਸੀਂ ਨਾ ਸੈਟਿੰਗ ਬਦਲੀ ਕਰਕੇ ਅੱਗੇ ਪਰਦੇ ਪੁਰਦੇ ਪਾ ਦਿੱਤੇ ਨੇ, ਤਾਂ ਕਿ ਸਾਡਾ ਨਾ ਇਹ ਸਟੋਰ ਰੂਮ ਜਿਹੜਾ ਨਾ ਇੱਕ ਸਾਈਡ 'ਤੇ ਸਟੋਰ ਰੂਮ ਟਾਈਪ ਬਣਿਆ ਰਹੇ। ਇਹ ਜਿਹੜੀ ਸਾਈਡ ਅਸੀਂ ਇੱਕ ਪਾਸੇ ਹੀ ਕੀਤੀ ਹੋਈ ਹੈ, ਤੇ ਇਹ ਸਾਈਡ ਜਿਹੜੀ ਨਾ ਅਸੀਂ ਨੀਟ ਐਂਡ ਕਲੀਨ ਕੀਤੀ ਹੋਈ ਹੈ। ਜੇ ਇੱਥੇ ਥੋੜ੍ਹਾ ਜਿਹਾ ਕਲਰ ਕੁਲਰ ਹੁੰਦਾ ਤੇ ਇਹ ਕਿਆ ਹੀ ਬਾਤ ਹੋਣੀ ਸੀ। 2 ਕੁਰਸੀਆਂ ਮੇਜ਼ ਲਾ ਦਿੱਤੇ ਨੇ ਜੇ ਬਾਹਰ, ਤੇ ਮੰਜਾ ਵੀ ਰੱਖ ਦਿੱਤਾ ਜੇ ਬਾਹਰ ਅਸੀਂ। ਤੇ ਇੱਥੇ ਮੇਰਾ ਸੋਹਣਾ ਜਿਹਾ ਪੁੱਤਰ ਬਿਮਾਰ ਹੋ ਗਿਆ ਜੀ, ਅੱਜ ਇਹਦੇ ਵਾਸਤੇ ਦੁਆ ਕਰ ਦੇਣਾ। ਇਹਨੂੰ ਚੜ੍ਹ ਗਿਆ ਬੁਖਾਰ, ਸਮੋਕ ਨੇ ਤੇ ਅੱਗ ਲੱਗੇ ਨੇ ਅੱਗੇ ਲਾਇਆ ਹੋਇਆ, ਤੇ ਇਹ ਮੰਜਾ ਇਕੱਠੇ ਵਿਛਾ ਦਿੱਤਾ ਜੇ, ਕਿਉਂਕਿ ਹੁਣ ਅੰਦਰ ਪੈਣ ਦੀ ਮੌਸਮ ਆਉਂਦੀ ਪਈ ਹੈ। ਦਵਾਈਆਂ ਦੇ ਡੱਬੇ ਨਾਲ ਪਏ ਹੋਏ ਨੇ ਤੇ ਟੀਵੀ ਚੱਲਦੇ ਪਏ ਨੇ, ਤੇ ਮਾਸ਼ਾਅੱਲਾ ਬਹੁਤਾ ਅਸੀਂ ਦਿਖਾਣਾ ਕੋਈ ਨਹੀਂ ਤੇ ਕਾਪੀਰਾਈਟ ਲੱਗ ਕੇ ਆ ਜਾਏਗਾ। ਤੇ ਬਾਕੀ ਜੀ ਇਹ ਜੀ ਸਾਡੀ ਅੱਜ ਦੀ ਸੈਟਿੰਗ ਤੇ ਇਹ ਸਾਡੀ ਰੂਟੀਨ। ਇਹ ਜੀ ਡਾਇਮੰਡ ਸ਼ੀਸ਼ਾ ਜਿਹੜਾ ਹੈਗਾ ਸੀ ਬਣਵਾਇਆ ਡਾਇਮੰਡ ਟੈਪ ਦਾ, ਠੀਕ ਹੋ ਗਿਆ, ਇਹ ਇੱਥੇ ਫਿਕਸ ਹੋ ਚੁੱਕਿਆ ਹੈ। ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਤੇ ਮੇਰਾ ਪੁੱਤਰ ਵੀ ਬਿਮਾਰ ਹੋਇਆ ਪਿਆ, ਇਹਦੇ ਵਾਸਤੇ ਵੀ ਦੁਆ ਕਰ ਦੇਣਾ। ਤੇ ਤੁਹਾਡੀ ਬੜੀ ਮਿਹਰਬਾਨੀ ਹੋਏਗੀ। ਛੋਟੀ ਜਿਹੀ ਮਿਨੀ ਜੀ ਵੀਡੀਓ ਲੈ ਕੇ ਆਈ ਸੀ ਤੁਹਾਡੇ ਵਾਸਤੇ, ਮੈਂ ਕਿਹਾ ਹਾਜ਼ਰੀ ਲਵਾ ਲਿੱਤੀ ਜਾਏ। ਮੇਰੇ ਵੀਵਰਸ ਮੇਰੀ ਵੀਡੀਓ ਦੇ ਇੰਤਜ਼ਾਰ 'ਚ ਹੋਣਗੇ। ਅੱਲਾ ਹਾਫਿਜ਼।